Yeah, once again, welcome back to all my viewers. ਅੱਜ ਅਸੀਂ ਜਿਹੜਾ ਪ੍ਰੀਵੀਅਸ ਚੈਪਟਰ ਸਟਾਰਟ ਕੀਤਾ ਹੋਇਆ ਸੀਗਾ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਤੱਕ ਦੇ ਸਿੱਖ ਗੁਰੂਆਂ ਦਾ ਯੋਗਦਾਨ, ਉਹਦਾ ਭਾਗ ਦੂਜੇ ਵੱਲ ਚੱਲ ਰਹੇ ਹਾਂ। ਅਸੀਂ ਪਹਿਲੇ ਭਾਗ ਦੇ ਵਿੱਚ ਡਿਸਕਸ ਕੀਤਾ ਸੀ ਵੀ ਕਿਸ ਤਰੀਕੇ ਨਾਲ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਹੋਰ ਜਿਹੜੇ ਗੁਰੂ ਸਾਹਿਬਾਨ ਸੀਗੇ ਉਹਨਾਂ ਨੇ ਸਿੱਖ ਧਰਮ ਦੇ ਵਿੱਚ ਕਿੰਨਾ ਪ੍ਰਚਾਰ ਕਰਨ ਦੇ ਵਿੱਚ ਕਿੰਨੀ ਕੀ ਹੈਲਪ ਕੀਤੀ, ਅਤੇ ਉਹਨਾਂ ਨੇ ਕਿਹੜੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਲੋਕਾਂ ਸਾਹਮਣੇ ਲੈ ਕੇ ਆਏ ਅਤੇ ਲੋਕਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਦਾ ਉਧਾਰ ਕੀਤਾ, ਉਹਨਾਂ ਦੇ ਬਾਰੇ ਅਸੀਂ ਡਿਸਕਸ ਕੀਤਾ ਸੀ। ਅੱਜ ਅਸੀਂ ਉਹਦੇ ਸ਼ਾਰਟ ਕੁਐਸਚਨ ਆਨਸਰ ਡਿਸਕਸ ਕਰਾਂਗੇ ਅਤੇ ਕੁਛ ਕੁ ਲੌਂਗ ਜੇ ਹੋ ਸਕਿਆ ਤਾਂ ਇਸ ਸੈਸ਼ਨ ਦੇ ਵਿੱਚ ਵੀ ਡਿਸਕਸ ਕਰ ਲਾਂਗੇ। ਮੈਂ ਸੁਰਿੰਦਰ ਕੁਮਾਰ ਤੁਹਾਡਾ ਮੇਰੇ YouTube ਚੈਨਲ 'ਤੇ ਆਉਣ ਦਾ ਸਾਰਿਆਂ ਦਾ ਧੰਨਵਾਦ ਕਹਿੰਦਾ ਵਾਂ, ਅਤੇ ਆਸ ਕਰਦਾ ਵਾਂ ਆਪਣੇ ਬੱਚਿਆਂ ਤੋਂ ਵੀ ਜਿਹੜੇ ਜ਼ਿਆਦਾ ਮੇਰੇ ਵੀਡੀਓਜ਼ ਨੂੰ ਦੇਖ ਰਹੇ ਨੇ ਅਤੇ ਮੇਰੀ ਵੀਡੀਓਜ਼ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਨੇ। ਥੈਂਕ ਯੂ ਸੋ ਮੱਚ। ਅਤੇ ਜਿਹੜੇ ਬੱਚੇ ਨਹੀਂ ਦੇਖ ਰਹੇ ਅਤੇ ਜਿਹੜੇ ਬੱਚੇ ਮੇਰੇ ਵਿਊਜ਼ ਦੇਖ ਰਹੇ ਨੇ ਬਟ ਉਸ ਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਤਾਂ ਮੈਂ ਉਹਨਾਂ ਨੂੰ ਰਿਕੁਐਸਟ ਕਰੂੰਗਾ ਵੀ ਉਹ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ ਅਤੇ ਵੱਧ ਤੋਂ ਵੱਧ ਮੇਰੀ ਵੀਡੀਓਜ਼ ਨੂੰ ਦੇਖਣ ਅਤੇ ਉਹਨੂੰ ਅੱਗੇ ਵੀ ਸ਼ੇਅਰ ਕਰਨ। ਸਟਾਰਟ ਕਰਦੇ ਹਾਂ ਸੈਸ਼ਨ ਨੂੰ। ਦੇਖੋ, ਇਹ ਜਿਹੜਾ 6ਵਾਂ ਕੁਐਸਚਨ ਆ ਉਹ ਹੈ ਰਾਮਦਾਸਪੁਰ ਜਾਂ ਅੰਮ੍ਰਿਤਸਰ ਦੀ ਸਥਾਪਨਾ ਦਾ ਵਰਣਨ ਕਰੋ। ਇਹ ਜਿਹੜਾ ਸੀਗਾ ਅਸੀਂ ਇਹਦੇ ਬਾਰੇ ਡਿਸਕਸ ਕਰਾਂਗੇ, ਮੈਂ ਤੁਹਾਨੂੰ ਡੀਪਲੀ ਇਹਦੇ ਵਿੱਚ ਦੱਸੂੰਗਾ। ਦੇਖੋ ਜੀ, ਗੁਰੂ ਰਾਮਦਾਸ ਜੀ ਜਿਹੜੇ ਸੀਗੇ ਉਹਨਾਂ ਨੇ ਰਾਮਦਾਸਪੁਰ ਦੀ ਨੀਂਹ ਰੱਖੀ ਸੀ। ਅੱਜ ਕੱਲ੍ਹ ਜਿਹੜਾ ਇਹਦਾ ਸ਼ਹਿਰ ਆ ਅੰਮ੍ਰਿਤਸਰ ਦੇ ਨਾਮ ਨਾਲ ਜਾਣਿਆ ਜਾਂਦਾ। ਗੁਰੂ ਸਾਹਿਬ ਨੇ ਜਿਹੜਾ ਸੀ 1577 ਈਸਵੀ ਦੇ ਵਿੱਚ, ਜਿੱਥੇ ਕਿ ਅੰਮ੍ਰਿਤਸਰ ਅਤੇ ਸੰਤੋਖਸਰ ਨਾਮ ਦੇ ਦੋ ਜਿਹੜੇ ਸਰੋਵਰ ਸੀਗੇ ਉਹ ਉਹਦੀ ਪਟਾਈ ਸ਼ੁਰੂ ਕਰਵਾਈ ਸੀਗੀ, ਜਿਹਦੇ ਵਿੱਚ ਗੋਬਿੰਦਵਾਲ ਵਿਖੇ ਰਹਿ ਕੇ ਉਹਨਾਂ ਨੇ ਜਿਹੜੀ ਪਟਾਈ ਦਾ ਨਿਰੀਖਣ ਵੀ ਆਪ ਕਰਨਾ ਬਹੁਤ ਔਖਾ ਸੀਗਾ। ਇਸ ਕਰਕੇ ਉੱਥੇ ਉਹਨਾਂ ਨੇ ਡੇਰਾ ਹੀ ਲਾ ਲਿਆ, ਜਾਣੀ ਕਿ ਉੱਥੇ ਹੀ ਰਹਿਣ ਲੱਗੇ ਸੀ ਅਤੇ ਉੱਥੇ ਜਿਹੜੇ ਸ਼ਰਧਾਲੂ ਸੀਗੇ ਉੱਥੇ ਆ ਕੇ ਵਸਣਾ ਸ਼ੁਰੂ ਹੋ ਗਏ। ਉਸ ਸਮੇਂ ਦੇ ਵਿੱਚ ਉਹ ਸਰੋਵਰ ਦੇ ਵਿੱਚ ਚਾਰੇ ਪਾਸੇ ਇੱਕ ਛੋਟਾ ਜਿਹਾ ਸ਼ਹਿਰ ਵਸ ਗਿਆ ਅਤੇ ਇਸੇ ਨੂੰ ਰਾਮਦਾਸਪੁਰ ਦਾ ਨਾਮ ਦਿੱਤਾ ਗਿਆ। ਗੁਰੂ ਜੀ ਨੇ ਇਸ ਸ਼ਹਿਰ ਨੂੰ ਪੂਰੀ ਤਰ੍ਹਾਂ ਆਤਮ ਨਿਰਭਰ ਬਣਾਉਣ ਦੇ ਲਈ ਇੱਕ ਬਾਜ਼ਾਰ ਦੀ ਵੀ ਸਥਾਪਨਾ ਕੀਤੀ ਸੀ, ਜਿਹਨੂੰ ਅੱਜ ਕੱਲ੍ਹ ਗੁਰੂ ਕਾ ਬਾਜ਼ਾਰ ਵੀ ਕਿਹਾ ਜਾਂਦਾ ਵਾ। ਇਹਦੇ ਨਿਰਮਾਣ ਲਈ ਸਿੱਖਾਂ ਨੇ ਜਿਹੜਾ ਤੀਰਥ ਸਥਾਨ ਜਾਂ ਮਿਲ ਗਿਆ ਸੀਗਾ ਅਤੇ ਹੁਣ ਉਹ ਆਪਣੇ ਧਰਮ ਦਾ ਪ੍ਰਚਾਰ ਅਤੇ ਉਹਨੂੰ ਵਾਧਾ ਕਰਨ ਦੇ ਲਈ ਇੱਥੇ ਜੁੜ ਗਏ ਸੀਗੇ। ਤਾਂ ਇਸ ਕਰਕੇ ਜਿਹੜੀ ਅੰਮ੍ਰਿਤਸਰ ਦੀ ਇੰਪੋਰਟੈਂਸ ਆ ਉਹ ਸਟਾਰਟਿੰਗ ਤੋਂ ਹੀ, ਜਾਣੀ ਕਿ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾਂ ਤੋਂ ਹੀ ਜਦੋਂ ਸਿੱਖ ਧਰਮ ਸੀ ਉਹ ਸਟਾਰਟ ਹੋਇਆ, ਉਸ ਤੋਂ ਲੈ ਕੇ ਅੰਮ੍ਰਿਤਸਰ ਦੀ ਜਿਹੜੀ ਇੰਪੋਰਟੈਂਸ ਸੀ ਉਹ ਅੱਜ ਵੀ ਬਰਕਰਾਰ ਆ। ਉਸੇ ਤਰੀਕੇ ਨਾਲ ਉਹਨੂੰ ਅੱਜ ਵੀ ਉਸੇ ਨਜ਼ਰ ਨਾਲ ਦੇਖਿਆ ਜਾਂਦਾ ਵਾ। ਅੱਗੇ ਹੈ ਸਿੱਖਾਂ ਅਤੇ ਉਦਾਸੀਆਂ ਦੇ ਸਮਝੌਤਿਆਂ ਦੀ ਜਾਣਕਾਰੀ ਦਿਓ। ਹੁਣ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਰਾਮਦਾਸ ਜੀ ਜਿਹੜੇ ਸੀਗੇ ਉਹਨਾਂ ਨੇ ਸਿੱਖ ਸਮੁਦਾਇ ਦੀ ਜਿਹੜੀ ਆ ਉਹਨਾਂ ਨੂੰ ਵੱਖ ਕਰ ਦਿੱਤਾ ਸੀਗਾ। ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਉਦਾਸੀਆਂ ਦੇ ਪ੍ਰਤੀ ਬੜਾ ਨਿਮਰਤਾਪੂਰਵਕ ਜਿਹੜਾ ਵਿਵਹਾਰ ਕੀਤਾ। ਉਹਨਾਂ ਨੇ ਉਦਾਸੀ ਸੰਪਰਦਾਇ ਦੇ ਨੇਤਾ ਜਿਹੜੇ ਸੀਗੇ ਸ਼੍ਰੀ ਚੰਦ ਜੀ ਸੀਗੇ, ਜਿਹੜੇ ਕਿ ਇੱਕ ਵਾਰ ਗੁਰੂ ਰਾਮਦਾਸ ਜੀ ਨੂੰ ਮਿਲਣ ਗਏ ਸੀਗੇ ਅਤੇ ਉਹਨਾਂ ਵਿਚਕਾਰ ਜਿਹੜੇ ਸੀਗੇ ਮਹੱਤਵਪੂਰਨ ਵਾਰਤਾਲਾਪ ਹੋਈ ਸੀਗੀ। ਸ਼੍ਰੀ ਚੰਦ ਜੀ ਨੂੰ ਗੁਰੂ ਸਾਹਿਬ ਜੀ ਨੇ ਨਿਮਰਤਾ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸੀ ਅਤੇ ਗੁਰੂ ਜੀ ਦੀ ਸ਼ੇਸ਼ਟਾ ਨੂੰ ਸਵੀਕਾਰ ਕਰ ਲਿਆ ਸੀ ਉਹਨਾਂ ਨੇ, ਅਤੇ ਉਹਨਾਂ ਦੀਆਂ ਉਦਾਸੀਆਂ ਨੂੰ ਗੁਰੂ ਸਾਹਿਬਾਨ ਦਾ ਵਿਰੋਧ ਕਰਨਾ ਛੱਡ ਦਿੱਤਾ ਸੀਗਾ। ਕਿਉਂਕਿ ਇਸ ਤੋਂ ਪਹਿਲਾਂ ਸ਼੍ਰੀ ਚੰਦ ਜੀ ਜਿਹੜੇ ਸੀਗੇ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸਪੁੱਤਰ ਜੀ ਸੀਗੇ, ਉਹਨਾਂ ਨੇ ਸਿੱਖ ਧਰਮ ਦੇ ਜਿਹੜੇ ਹੋਰ ਗੁਰੂ ਸਾਹਿਬਾਨ ਹੋਏ ਸੀ ਉਹਨਾਂ ਦਾ ਜਿਹੜਾ ਸੀ ਪ੍ਰਚਾਰ ਕਰਨ ਤੋਂ ਰੋਕਿਆ ਸੀ ਅਤੇ ਉਹਨਾਂ ਦੇ ਖਿਲਾਫ ਬੋਲਦੇ ਸੀ। ਬਟ ਜਦੋਂ ਗੁਰੂ ਰਾਮਦਾਸ ਜੀ ਦੀ ਨਿਮਰਤਾ ਨੂੰ ਦੇਖਿਆ ਤਾਂ ਉਹ ਇਹ ਸਾਰੀਆਂ ਚੀਜ਼ਾਂ ਭੁੱਲ ਗਏ ਅਤੇ ਉਹ ਵੀ ਖੁਦ ਉਹਨਾਂ ਦੇ ਜਿਹੜੇ ਦਿੱਤੇ ਗਏ ਵਚਨ ਸੀਗੇ ਉਹਨਾਂ ਉੱਤੇ ਚੱਲਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ। ਅੱਗੇ ਹੈ ਹਰਿਮੰਦਰ ਸਾਹਿਬ ਦੇ ਬਾਰੇ ਤੁਸੀਂ ਕੀ ਜਾਣਦੇ ਹੋ। ਹੁਣ ਹਰਿਮੰਦਰ ਸਾਹਿਬ ਜਿਹੜਾ ਸੀਗਾ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਸੀਗਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਰੋਵਰ ਦੇ ਵਿਚਕਾਰ ਇੱਕ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ, ਜਿਹਨੂੰ ਹਰਿਮੰਦਰ ਸਾਹਿਬ ਕਿਹਾ ਜਾਂਦਾ ਵਾ। ਇਹਦਾ ਨੀਂਹ ਪੱਥਰ ਜਿਹੜਾ ਸੀ ਉਹਨਾਂ ਨੇ 1599 ਈਸਵੀ ਦੇ ਵਿੱਚ ਸੂਫੀ ਫਕੀਰ ਜਿਹੜੇ ਹੋਏ ਮੀਆਂ ਮੀਰ ਜੀ ਤੋਂ ਰਖਵਾਇਆ, ਤਾਂ ਜੋ ਕੀ ਆ ਵੀ ਸਿੱਖ ਅਤੇ ਮੁਸਲਮਾਨ ਜਿਹੜਾ ਭਾਈਚਾਰਾ ਵਾ ਉਹਨੂੰ ਵਧਾਇਆ ਜਾ ਸਕੇ। ਗੁਰੂ ਜੀ ਨੇ ਉਹਨਾਂ ਦੇ ਚਾਰੇ ਪਾਸੇ ਇੱਕ ਦਰਵਾਜ਼ੇ ਕਢਵਾਏ ਸੀਗੇ, ਤਾਂ ਜੋ ਕੀ ਆ ਹਰੇਕ ਦਰਵਾਜ਼ਾ ਇਹ ਪ੍ਰਤੀਕ ਦੱਸਦਾ ਸੀ ਵੀ ਇਹ ਚਾਹੇ ਮੰਦਿਰ ਦੇ ਵਿੱਚ ਸਾਰੇ ਧਰਮ ਅਤੇ ਜਾਤੀ ਦੇ ਲੋਕ ਜਿਹੜੇ ਨੇ ਉਹਨਾਂ ਲਈ ਇਹ ਦਰਬਾਰ ਸਾਹਿਬ ਖੁੱਲ੍ਹਾ ਵਾ ਅਤੇ ਕੋਈ ਵੀ ਜਾਤ ਪਾਤ ਦਾ ਇਹਦੇ ਵਿੱਚ ਵਿਰੋਧ ਨਹੀਂ ਹੋਏਗਾ। ਹਰਿਮੰਦਰ ਸਾਹਿਬ ਦਾ ਨਿਰਮਾਣ ਦਾ ਕੰਮ ਭਾਈ ਬੁੱਢਾ ਜੀ ਦੀ ਨਿਗਰਾਨੀ ਹੇਠ 1601 ਦੇ ਵਿੱਚ ਪੂਰਾ ਹੋਇਆ ਸੀਗਾ। 1604 ਈਸਵੀ ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਆਦਿ ਗ੍ਰੰਥ ਦੀ ਸਥਾਪਨਾ ਹੋਈ, ਜਿਹਨੂੰ ਅਸੀਂ ਅੱਜ ਕੱਲ੍ਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਨਾਲ ਜਾਣਦੇ ਹਾਂ, ਅਤੇ ਭਾਈ ਬੁੱਢਾ ਜੀ ਦੇ ਇਹਦੇ ਪਹਿਲੇ ਗ੍ਰੰਥੀ ਥਾਪੇ ਗਏ ਸੀਗੇ। ਅਤੇ ਹਰਿਮੰਦਰ ਸਾਹਿਬ ਦੇ ਵਿੱਚ ਜਲਦੀ ਸਿੱਖਾਂ ਦਾ ਮੱਕਾ ਅਤੇ ਬਨਾਰਸ ਭਾਵ ਇੱਕ ਬਹੁਤ ਵੱਡਾ ਤੀਰਥ ਸਥਾਨ ਜਿਹਾ ਮਿਲ ਗਿਆ ਸੀਗਾ ਉਹਨਾਂ ਨੂੰ, ਅਤੇ ਹੁਣ ਉੱਥੇ ਅੱਜ ਵੀ ਇਹਦੀ ਇੰਪੋਰਟੈਂਸ ਉਨੀ ਹੀ ਜ਼ਿਆਦਾ ਬਣੀ ਹੋਈ ਆ। ਲੋਕ ਉੱਥੇ ਬੜੇ ਸ਼ਰਧਾਪੂਰਵਕ ਜਾਂਦੇ ਨੇ। ਉੱਥੇ ਸਾਰੇ ਧਰਮ ਦੇ ਲੋਕਾਂ ਨੂੰ ਇਕੁਅਲ ਟਰੀਟ ਕੀਤਾ ਜਾਂਦਾ ਅਤੇ ਉਹ ਸਾਰੇ ਜਣੇ ਲੰਗਰ ਦੇ ਪੰਗਤ ਦੇ ਵਿੱਚ ਬਹਿ ਕੇ ਲੰਗਰ ਛਕਦੇ ਨੇ, ਫਿਰ ਬਾਅਦ ਵਿੱਚ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਨਤਮਸਤਕ ਹੋ ਜਾਂਦੇ ਨੇ। ਅਗਲਾ ਕੁਐਸਚਨ ਕੀ ਹੈ, ਤਰਨਤਾਰਨ ਸਾਹਿਬ ਦੇ ਬਾਰੇ ਤੁਸੀਂ ਕੀ ਜਾਣਦੇ ਹੋ। ਹੁਣ ਦੇਖੋ, ਤਰਨਤਾਰਨ ਦਾ ਜਿਹੜਾ ਨਿਰਮਾਣ ਹੋਇਆ ਸੀ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ। ਇਹਦੇ ਨਿਰਮਾਣ ਦੇ ਵਿੱਚ ਸਿੱਖ ਇਤਿਹਾਸ ਦਾ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ, ਕਿਉਂਕਿ ਅੰਮ੍ਰਿਤਸਰ ਦੀ ਤਰ੍ਹਾਂ ਹੀ ਜਿਹੜਾ ਤਰਨਤਾਰਨ ਆ ਉਹ ਸਿੱਖਾਂ ਦੇ ਲਈ ਪ੍ਰਸਿੱਧ ਤੀਰਥ ਸਥਾਨ ਬਣ ਗਿਆ ਸੀਗਾ। ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਜਿਹੜੇ ਸਿੱਖ ਯਾਤਰੀ ਨੇ ਉਹ ਇਸ਼ਨਾਨ ਕਰਨ ਦੇ ਲਈ ਆਉਣ ਲੱਗੇ,
ਅਤੇ ਇਸੇ ਪ੍ਰਭਾਵ ਦੇ ਵਿੱਚ ਆ ਕੇ ਜਿਹੜਾ ਮਾਝਾ ਪ੍ਰਦੇਸ਼ ਸੀਗਾ ਅਨੇਕਾਂ ਜੱਟ ਧਰਮ ਦੇ ਵਿੱਚ ਪਰੋਕਾਰ ਬਣ ਗਏ ਸੀਗੇ। ਉਹਨਾਂ ਨੇ ਜੱਟਾਂ ਨੂੰ ਅੱਗੇ ਚੱਲ ਕੇ ਮੁਗਲਾਂ ਦੇ ਵਿਰੁੱਧ ਜਿਹੜੀਆਂ ਸੀਗੀਆਂ ਯੁੱਧਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਵੀ ਲਿਆ ਅਤੇ ਅਸਾਧਾਰਨ ਬਹਾਦਰੀ ਦਾ ਵੀ ਪ੍ਰਤੀਕ ਦਿਖਾਇਆ। ਜਿਹੜੇ ਇੰਦਰ ਭੂਸ਼ਣ ਬੈਨਰਜੀ ਸੀਗੇ ਉਹਨਾਂ ਨੇ ਇਹ ਗੱਲ ਠੀਕ ਲਿਖੀ ਆ ਵੀ ਜੱਟਾਂ ਦੇ ਧਰਮ ਦੇ ਵਿੱਚ ਪ੍ਰਵੇਸ਼ ਦੇ ਨਾਲ ਸਿੱਖਾਂ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਮੋੜ ਲੈ ਲਿਆ ਸੀਗਾ, ਕਿਉਂਕਿ ਇੱਥੇ ਦੇ ਲੋਕ ਜਿਹੜੇ ਸੀਗੇ ਉਹ ਨਿਡਰ ਬਣ ਚੁੱਕੇ ਸੀਗੇ। ਉਹ ਗੁਰੂ ਜੀ ਦੀਆਂ ਛਤਰ ਛਾਇਆ ਦੇ ਹੇਠ ਰਹਿ ਕੇ ਉਹਨਾਂ ਨੇ ਕਈ ਚੀਜ਼ਾਂ ਸਿੱਖੀਆਂ ਅਤੇ ਉਸ ਦੇ ਨਾਲ ਉਹਨਾਂ ਨੇ ਜਿਹੜੇ ਅੰਗਰੇਜ਼ਾਂ ਨਾਲ ਯੁੱਧ ਹੋਏ ਅਤੇ ਹੋਰ ਵੀ ਕਈ ਬਾਹਰੀ ਤਾਕਤਾਂ ਨਾਲ ਜਿਹੜੀਆਂ ਉਹਨਾਂ ਨੇ ਲੜਾਈਆਂ ਹੋਈਆਂ ਉਹਨਾਂ ਵਿੱਚ ਇਹਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਅੱਗੇ ਹੈ ਗੁਰੂ ਸਾਹਿਬਾਨ ਵੇਲੇ ਆਪਣੀਆਂ ਬਾਉਲੀਆਂ ਦਾ ਵਰਣਨ ਕਰੋ ਵੀ ਜਿਹੜੇ ਗੁਰੂ ਸਾਹਿਬ ਸੀਗੇ ਉਹਨਾਂ ਨੇ ਹੇਠ ਲਿਖੀਆਂ ਜਿਹੜੀਆਂ ਬਾਉਲੀਆਂ ਦਾ ਉਹਨਾਂ ਨੇ ਨਿਰਮਾਣ ਕਰਵਾਇਆ। ਪਹਿਲਾ ਹੈ ਗੋਬਿੰਦਵਾਲ ਦੀ ਬਾਉਲੀ, ਜਿਹੜੀ ਗੋਬਿੰਦਵਾਲ ਦੇ ਵਿੱਚ ਬਾਉਲੀ ਦੀ ਨੀਂਹ ਜਿਹੜੀ ਸੀਗਾ ਪੱਥਰ ਗੁਰੂ ਅੰਗਦ ਦੇਵ ਜੀ ਨੇ ਰੱਖੇ ਦੇ ਸਮੇਂ ਹੋਇਆ ਸੀ ਅਤੇ ਗੁਰੂ ਰਾਮਦਾਸ ਜੀ ਨੇ ਇਸ ਬਾਉਲੀ ਦਾ ਪੂਰਨ ਕਰਵਾਇਆ ਅਤੇ ਉਹਨਾਂ ਨੇ ਇਸੇ ਸਮੇਂ ਜਿਹੜਾ ਪਾਣੀ ਦੇ ਵਿੱਚ ਪਹੁੰਚਣ ਦੇ ਲਈ 84 ਪੌੜੀਆਂ ਬਣਵਾਈਆਂ ਗਈਆਂ ਅਤੇ ਸਿੱਖਾਂ ਨੂੰ ਦੱਸਿਆ ਵੀ ਹਰੇਕ ਪੌੜੀ ਦੇ ਉੱਤੇ ਜੇਕਰ ਉਹ ਸ਼ਰਧਾ ਅਤੇ ਸੱਚੇ ਮਨ ਦੇ ਨਾਲ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋਏ ਜਾਣਗੇ ਤਾਂ ਉਹ ਜਨਮ ਮਰਨ ਦੇ ਜਿਹੜੇ ਚੱਕਰ ਨੇ ਉਹਨਾਂ ਤੋਂ ਬਾਹਰ ਹੋ ਜਾਣਗੇ ਅਤੇ ਉਹਨਾਂ ਦੇ ਉੱਤੇ ਜਿਹੜੀ 84 ਲੱਖ ਜੂਨੀ ਹੁੰਦੀ ਆ ਉਹ ਵੀ ਉਹਨਾਂ ਦਾ ਤਰ ਦੇਣਗੇ ਅਤੇ ਉਹ ਇੱਕ ਪ੍ਰਸਿੱਧ ਫਿਰ ਉਹਦੇ ਨਾਲ ਤੀਰਥ ਸਥਾਨ ਬਣ ਗਿਆ ਸੀਗਾ। ਉਸ ਤੋਂ ਬਾਅਦ ਲਾਹੌਰ ਦੀ ਬਾਉਲੀ, ਜਿਹੜਾ ਲਾਹੌਰ ਦੇ ਵਿੱਚ ਡੱਬੀ ਬਾਜ਼ਾਰ ਆ ਉਹਦੀ ਸਥਾਪਿਤ ਜਿਹੜੀ ਇਸ ਬਾਉਲੀ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਤੋਂ ਮੁਕਤ ਜਾਣੀ ਕਿ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ ਅਤੇ ਇੱਥੋਂ ਸਾਨੂੰ ਕੀ ਆ ਇਹ ਬਾਉਲੀ ਦਾ ਬਹੁਤ ਜ਼ਿਆਦਾ ਇੰਪੋਰਟੈਂਸ ਆ, ਜਿਸ ਦੇ ਕਰਕੇ ਲਾਹੌਰ ਜਿਹੜਾ ਵਾ ਉਹ ਇੱਕ ਮਸ਼ਹੂਰ ਸ਼ਹਿਰ ਵੀ ਬਣ ਗਿਆ ਸੀ। ਅੱਗੇ ਹੈ ਮਨਸਦ ਪ੍ਰਥਾ ਤੋਂ ਸਿੱਖ ਧਰਮ ਨੂੰ ਕੀ ਲਾਭ ਹੋਏ। ਦੇਖੋ ਸਿੱਖਾਂ ਦੇ ਗਠਨ ਅਤੇ ਉਹਨਾਂ ਦੇ ਵਿਕਾਸ ਦੇ ਵਿੱਚ ਮਨਸਦ ਪ੍ਰਥਾ ਦਾ ਇੱਕ ਮਹੱਤਵਪੂਰਨ ਵਿਸ਼ਵਾਸ ਰਿਹਾ ਵਾ। ਇਸ ਮਹੱਤਵ ਦੇ ਵਿੱਚ ਹੇਠ ਲਿਖੀਆਂ ਗੱਲਾਂ ਨਾਲ ਜਾਣਿਆ ਜਾਂਦਾ ਵਾ। ਗੁਰੂ ਜੀ ਨੇ ਜਿਹੜਾ ਆਮਦਨ ਸੀਗਾ ਬਹੁਤ ਨਿਰੰਤਰ ਅਤੇ ਲਗਭਗ ਨਿਸ਼ਚਿਤ ਹੀ ਹੋ ਚੁੱਕੀ ਸੀਗੀ, ਤਾਂ ਆਮਦਨ ਨੂੰ ਸਥਾਈ ਬਣਾਉਣ ਲਈ ਗੁਰੂ ਜੀ ਨੇ ਇੱਕ ਰਚਨਾਤਮਕ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਦੇ ਨਾਲ ਬਹੁਤ ਜ਼ਿਆਦਾ ਸਹਾਇਤਾ ਮਿਲੀ। ਇਸ ਦੇ ਨਾਲ ਉਹਨਾਂ ਦੀ ਧਨ ਰਾਸ਼ੀ ਦੇ ਵਿੱਚ ਨਾ ਸਿਰਫ ਅੰਮ੍ਰਿਤਸਰ ਅਤੇ ਸੰਤੋਖ ਸਰ ਦੇ ਸਰੋਵਰ ਦਾ ਵੀ ਨਿਰਮਾਣ ਨੂੰ ਪੂਰਾ ਕੀਤਾ ਅਤੇ ਕਈ ਤਰ੍ਹਾਂ ਦੇ ਜਿਹੜੇ ਖੂਹ ਤਲਾਬ ਅਤੇ ਸ਼ਹਿਰ ਜਿਹੜੇ ਨੇ ਉਹਨਾਂ ਦਾ ਵੀ ਨਿਰਮਾਣ ਕਰਾਇਆ ਗਿਆ, ਕਿਉਂਕਿ ਇਹਦੇ ਵਿੱਚ ਜਿਹੜਾ ਸਿੱਖਾਂ ਨੂੰ ਇੱਕ ਆਦੇਸ਼ ਦਿੱਤਾ ਗਿਆ ਸੀਗਾ ਵੀ ਉਹ ਆਪਣੀ ਦੀ ਇਨਕਮ ਦਾ 10ਵਾਂ ਹਿੱਸਾ ਜਾਣੀ ਕਿ ਦਸਵੰਧ ਕੱਢਿਆ ਕਰਨਗੇ ਅਤੇ ਉਹ ਗੁਰੂ ਜੀ ਦੀ ਜਾਂ ਜਿਹੜੇ ਸਮਾਜ ਦੇ ਭਲਾਈ ਦੇ ਕੰਮ ਚੱਲ ਰਹੇ ਨੇ ਉਹਨਾਂ ਦੇ ਵਿੱਚ ਉਹ ਆਪਣਾ ਤਿਲ ਫੁੱਲ ਜੋੜਿਆ ਕਰਨਗੇ। ਇਸ ਕਰਕੇ ਮਨਸਦ ਪ੍ਰਥਾ ਚਲਾਈ ਗਈ ਸੀ। ਮਨਸਦ ਪ੍ਰਥਾ ਦੇ ਕਾਰਨ ਜਿੱਥੇ ਗੁਰੂ ਜੀ ਦੀ ਆਮਦਨ ਜਿਹੜੀ ਨਿਸ਼ਚਿਤ ਹੋਣ ਲੱਗੀ ਅਤੇ ਸਿੱਖ ਧਰਮ ਦਾ ਵੀ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਹੋਣ ਲੱਗਿਆ। ਪਹਿਲਾਂ ਤਾਂ ਜਿਹੜਾ ਧਰਮ ਦਾ ਪ੍ਰਚਾਰ ਜਿਹੜਾ ਸੀ ਉਹ ਮੰਜਿਆਂ ਦੁਆਰਾ ਹੁੰਦਾ ਸੀ ਅਤੇ ਅੱਜ ਪੰਜਾਬ ਦੇ ਵਿੱਚ ਤੱਕ ਹੀ ਸੀਮਤ ਨਹੀਂ, ਪਰੰਤੂ ਇਹ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਸੀ ਉਹਨਾਂ ਨੇ ਪੰਜਾਬ ਤੋਂ ਬਾਹਰ ਵੀ ਮਨਸਦਾਂ ਨੂੰ ਨਿਯੁਕਤ ਕੀਤਾ ਹੋਇਆ ਸੀ ਅਤੇ ਜਿਸ ਦੇ ਨਾਲ ਉਹ ਧਰਮ ਦਾ ਪ੍ਰਚਾਰ ਜਿਹੜਾ ਖੇਤਰ ਸੀ ਉਹ ਵਧਣਾ ਸ਼ੁਰੂ ਹੋ ਗਿਆ ਅਤੇ ਸਿੱਖਨਿਜ਼ਮ ਦੀ ਜਿਹੜੀ ਪੋਪੂਲੈਰਿਟੀ ਆ ਉਹ ਵੀ ਹੋਰ ਜ਼ਿਆਦਾ ਇਨਕਰੀਜ਼ ਹੋ ਗਈ। ਅੱਗੇ ਹੈ ਮਨਸਦ ਪ੍ਰਥਾ ਤੋਂ ਪ੍ਰਾਪਤ ਹੋਣ ਵਾਲੀ ਜਿਹੜੀ ਸਥਾਈ ਇਨਕਮ ਸੀ ਉਹ ਗੁਰੂ ਜੀ ਨੇ ਆਪਣੇ ਦਰਬਾਰ ਦੇ ਵਿੱਚ ਲਗਾਉਣ ਲੱਗੇ ਅਤੇ ਵਿਸਾਖੀ ਵਾਲੇ ਦਿਨ ਦੂਰੋਂ ਦੂਰੋਂ ਆਏ ਮਨਸਦਾਂ ਨੂੰ ਜਿਹੜੇ ਸ਼ਰਧਾਲੂ ਭਗਤ ਸੀਗੇ ਗੁਰੂ ਜੀ ਦੁਆਰਾ ਭੇਟ ਲੈ ਕੇ ਆਉਂਦੇ ਤਾਂ ਉਹ ਨਿਮਰਤਾ ਦੇ ਨਾਲ ਗੁਰੂ ਜੀ ਉਹਨਾਂ ਨੂੰ ਆਪਣੇ ਸਿਰ ਝੁਕਾਉਂਦੇ ਸਨ ਅਤੇ ਉਹਨਾਂ ਨੇ ਅਜਿਹਾ ਵੀ ਕਿਹਾ ਵੀ ਗੁਰੂ ਜੀ ਜਿਹੜੇ ਸੀਗੇ ਉਹ ਦਰਬਾਰ ਦੇ ਵਿੱਚ ਅਸਲੀ ਸ਼ਾਹੀ ਦਰਬਾਰ ਜਿਹਾ ਬਣ ਗਿਆ ਸੀ ਅਤੇ ਗੁਰੂ ਜੀ ਹੁਣ ਉਹਦੇ ਵਿੱਚ ਸੱਚੇ ਪਾਤਸ਼ਾਹ ਦੀ ਉਪਾਧੀ ਜਿਹੜੀ ਸੀ ਉਹ ਧਾਰਨ ਕਰ ਲਈ ਸੀ ਅਤੇ ਹੁਣ ਉਹ ਕਿਵੇਂ ਲੋਕਾਂ ਨੂੰ ਗਾਈਡ ਕਰਦੇ ਸੀ ਅਤੇ ਉਹਨਾਂ ਨੂੰ ਸਹੀ ਰਸਤੇ ਪਾਉਣ ਦਾ ਜਿਹੜਾ ਕੰਮ ਸੀਗਾ ਗੁਰੂ ਅਰਜਨ ਦੇਵ ਜੀ ਨੇ ਉਹ ਸਟਾਰਟ ਕਰ ਦਿੱਤਾ ਸੀ। ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਿੰਘ ਜੀ ਨੇ ਜਿਹੜਾ ਸੈਨਿਕ ਦਾ ਸੰਗਠਨ ਦਾ ਨਿਰਮਾਣ ਕਰਾਓ ਉਹਨਾਂ ਦੇ ਬਾਰੇ ਤੁਸੀਂ ਦੱਸਣਾ ਵਾ। ਗੁਰੂ ਹਰਗੋਬਿੰਦ ਜੀ ਜਿਹੜੇ ਕਿ 6ਵੇਂ ਪਾਤਸ਼ਾਹ ਹੀ ਮੰਨੇ ਗਏ ਨੇ ਸਿੱਖਾਂ ਦੇ, ਉਹਨਾਂ ਨੇ ਆਤਮ ਰੱਖਿਆ ਦੇ ਲਈ ਇੱਕ ਸੈਨਿਕਾਂ ਦਾ ਗਠਨ ਕੀਤਾ। ਇਸ ਸੈਨਿਕ ਦੇ ਵਿੱਚ ਸ਼ਸਤਰਧਾਰੀ ਸੈਨਿਕ ਅਤੇ ਵਾਲੰਟੀਅਰ ਸ਼ਾਮਿਲ ਸੀ ਅਤੇ ਅਨੇਕਾਂ ਯੁੱਧ ਪ੍ਰੇਮੀ ਜਿਹੜੇ ਜਵਾਨ ਗੁਰੂ ਜੀ ਦੀ ਸਿੱਖ ਦੇ ਸੈਨਾ ਦੇ ਵਿੱਚ ਭਰਤੀ ਹੋਏ ਅਤੇ ਨੌਸਫੀਨ ਯਾਨੀ ਦੇ ਮੱਤ ਅਨੁਸਾਰ ਵੀ ਜਿਹੜੇ ਗੁਰੂ ਜੀ ਸੀਗੇ ਉਹਨਾਂ ਦੀ ਸੈਨਾ ਦੇ ਵਿੱਚ 50,000 ਘੋੜੇ, 3,000 ਘੋੜਸਵਾਰ ਅਤੇ 20 ਬੰਦੂਕਚਰੀ ਸੀਗੇ ਅਤੇ ਇਹਨਾਂ ਤੋਂ ਇਲਾਵਾ ਉਹਨਾਂ ਕੋਲ 500 ਅਜਿਹੇ ਵਾਲੰਟੀਅਰ ਸਨ ਜਿਹੜੇ ਕਿ ਕੋਈ ਵੀ ਵੇਤਨ ਨਹੀਂ ਲੈਂਦੇ ਸੀਗੇ ਅਤੇ ਸੈਨਾ ਦੇ ਵਿੱਚ ਜਿਹੜੇ 5 ਜੱਥਿਆਂ ਦੇ ਵਿੱਚ ਵੰਡਿਆ ਹੋਇਆ ਸੀ ਜਿਹਦੇ ਵਿੱਚ ਵਿਧੀਜੰਤ, ਪ੍ਰੀਵਾਨਾ, ਜੇਠਾ, ਪੈਰਾ ਅਤੇ ਲੰਗਾਹ। ਇਹਦੇ ਵਿੱਚ ਤੋਂ ਇਸ ਤੋਂ ਇਲਾਵਾ ਵੀ ਪੈਰਾ ਸ਼ਾਹ ਜਿਹੜਾ ਸੀਗਾ ਉਹਨਾਂ ਦੀ ਇੱਕ ਅਗਵਾਈ ਕਰਨ ਵਾਲਾ ਇੱਕ ਪਠਾਨ ਸੈਨਾਪਤੀ ਸੀਗਾ ਜਿਹੜਾ ਕਿ ਉਹਨਾਂ ਨੂੰ ਅੱਗੇ ਹੋ ਕੇ ਵੀ ਕਿਸ ਤਰੀਕੇ ਨਾਲ ਲੜਨਾ ਵਾ ਉਹਦੀ ਜਿਹੜੀਆਂ ਸੇਧ ਨੇ ਉਹ ਦਿੰਦਾ ਹੁੰਦਾ ਸੀ। ਗੁਰੂ ਹਰਗੋਬਿੰਦ ਸਿੰਘ ਜੀ ਦੇ ਰੋਜ਼ਾਨਾ ਜੀਵਨ ਬਾਰੇ ਦੱਸੋ ਵੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਜਿਹੜੇ ਸੀਗੇ ਉਹ ਨਿਯਮਨ ਨੀਤੀ ਦੇ ਸੀਗੇ ਅਤੇ ਉਹਨਾਂ ਦਾ ਦਿਨ ਦੇ ਵਿੱਚ ਜਿਹੜਾ ਕੰਮ ਦਾ ਸੀਗਾ ਕੰਮਾਂ ਦੇ ਵਿੱਚ ਬਹੁਤ ਪਰਿਵਰਤਨ ਆਏ ਵੀ ਜਿਵੇਂ ਉਹ ਨਿਤਨੇਮ ਦੇ ਅਨੁਸਾਰ ਉਹ ਸੂਬਾ ਸਵੇਰੇ ਇਸ਼ਨਾਨ ਆਦਿ ਕਰਕੇ ਹਰਿਮੰਦਰ ਸਾਹਿਬ ਦੇ ਵਿੱਚ ਧਾਰਮਿਕ ਉਪਦੇਸ਼ ਦੇਣ ਲਈ ਜਾਂਦੇ ਸਨ ਅਤੇ ਫਿਰ ਉਹ ਸਿੱਖਾਂ ਅਤੇ ਸੈਨਿਕਾਂ ਦੇ ਨਾਲ ਸਵੇਰੇ ਲੰਗਰ ਕਰਵਾਉਂਦੇ ਸਨ ਅਤੇ ਇਸ ਤੋਂ ਮਗਰੋਂ ਉਹ ਕੁਝ ਵੀ ਟਾਈਮ ਜਿਹੜਾ ਮਿਲਦਾ ਸੀ ਉਹਦੇ ਵਿੱਚ ਆਰਾਮ ਕਰਕੇ ਸ਼ਿਕਾਰ ਲਈ ਜਾਂਦੇ ਸੀ ਅਤੇ ਗੁਰੂ ਜੀ ਜਿਹੜੇ ਸੀਗੇ ਅਬਦੁੱਲਾ ਅਤੇ ਨੱਥਾ ਮੱਲ ਜਿਹੜੇ ਉਚੇਰੇ ਸੁਰ ਦੇ ਵੀਰ ਰਸੀ ਵਾਰਾਂ ਵੀ ਗਾਉਣ ਦੇ ਵਿੱਚ ਨਿਯੁਕਤ ਕੀਤਾ ਹੋਇਆ ਸੀ ਅਤੇ ਉਹਨਾਂ ਨੇ ਕਮਜ਼ੋਰ ਮਨ ਨੂੰ ਮਜ਼ਬੂਤ ਬਣਾਉਣ ਦੇ ਲਈ ਕੀਰਤਨ ਮੰਡਲੀਆਂ ਵੀ ਕਰਵਾਈਆਂ। ਗੁਰੂ ਜੀ ਨੇ ਸਿੱਖਾਂ ਨੂੰ ਨਵੀਂ ਚੇਤਨਾ ਦੇ ਨਵੇਂ ਉਤਸ਼ਾਹ ਦੇ ਨਾਲ ਭਰਿਆ ਤਾਂ ਜੋ ਕੀ ਆ ਵੀ ਜਿਹੜੇ ਸਿੱਖ ਨੇ ਉਹ ਆਪਣੀ ਜਿਹੜੀ ਇੰਪੋਰਟੈਂਸ ਆ ਉਹ ਹੋਰ ਵੀ ਜ਼ਿਆਦਾ ਵਧਾ ਸਕਣ ਅਤੇ ਸਿੱਖ ਧਰਮ ਦਾ ਜਿਹੜਾ ਪ੍ਰਚਾਰ ਆ ਉਹ ਵੀ ਅੱਗੇ ਵੱਧ ਸਕੇ। ਅੱਗੇ ਹੈ
ਅਕਾਲ ਤਖਤ ਬਾਰੇ ਤੁਸੀਂ ਕੀ ਜਾਣਦੇ ਹੋ? ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਇਸ ਸੀਰੀਜ਼ ਦਾ। ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਜਿਹੜੇ ਸੀਗੇ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੇ ਸਿੱਖਾਂ ਦੇ ਇੱਕ ਧਾਰਮਿਕ ਸਿੱਖਿਆ ਦਿੰਦੇ ਸੀ, ਅਤੇ ਇਸ ਦੇ ਨਾਲ ਉਹ ਸੰਸਾਰਿਕ ਵਿਸ਼ੇ ਵੀ ਜਿਹੜੇ ਸੀਗੇ, ਜਿਵੇਂ ਰਾਜਨੀਤੀ ਦੇ ਵਿੱਚ ਕਿਵੇਂ ਕਰਨਾ ਚਾਹੀਦਾ। ਹਰਿਮੰਦਰ ਸਾਹਿਬ ਦੇ ਸਾਹਮਣੇ ਜਿਹੜਾ ਸੀ ਪੱਛਮ ਦੇ ਵੱਲ ਇੱਕ ਭਵਨ ਜਿਹਾ ਬਣਵਾਇਆ ਸੀ, ਜਿਹਨੂੰ ਅਕਾਲ ਤਖਤ ਜਾਂ ਈਸ਼ਵਰ ਦੀ ਗੋਦ ਦਾ ਨਾਮ ਰੱਖਿਆ ਗਿਆ। ਇਹ ਨਵੇਂ ਭਵਨ ਦੇ ਵਿੱਚ ਜਿਹੜਾ ਸੀ 12 ਫੁੱਟ ਤੋਂ ਉੱਚਾ ਇੱਕ ਚਬੂਤਰਾ ਬਣਵਾਇਆ ਗਿਆ ਸੀ। ਇਸ ਚਬੂਤਰੇ ਦੇ ਵਿੱਚ ਬੈਠ ਕੇ ਸਿੱਖਾਂ ਨੂੰ ਰਾਜਨੀਤਿਕ ਅਤੇ ਸੈਨਿਕ ਸਮੱਸਿਆਵਾਂ ਦਾ ਹੱਲ ਕਰਨ ਲੱਗੇ, ਅਤੇ ਇਹਦੇ ਨਾਲ ਜਿਹੜੇ ਸੈਨਿਕਾਂ ਸੀਗਾ ਉਹਨਾਂ ਦੇ ਵੀਰਾਂ ਦੀਆਂ ਕਹਾਣੀਆਂ ਸੁਣਾਉਂਦੇ, ਅਤੇ ਅਕਾਲ ਤਖਤ ਦੇ ਨੇੜੇ ਉਹ ਸਿੱਖਾਂ ਨੂੰ ਵੀ ਜਿਹੜੀ ਕਸਰਤ ਕਰਨ ਦੇ ਲਈ ਵੀ ਪ੍ਰੇਰਿਤ ਕਰਦੇ ਸੀ, ਤਾਂ ਜੋ ਕੀ ਹੈ ਵੀ ਜਿਹੜੇ ਸਿੱਖ ਹੋਣ ਉਹ ਨਿਡਰ ਬਣ ਸਕਣ, ਅਤੇ ਉਹਨਾਂ ਦੇ ਸਰੀਰ ਜਿਹੜੇ ਨਿਰੋਏ ਬਣ ਸਕਣ, ਅਤੇ ਉਹ ਨਸ਼ਿਆਂ ਤੋਂ ਦੂਰ ਰਹਿਣ, ਅਤੇ ਹਮੇਸ਼ਾ ਦੂਸਰੇ ਦੀ ਭਲਾਈ ਦੇ ਲਈ ਹੀ ਕੰਮ ਕਰਦੇ ਰਹਿਣ। ਅੱਗੇ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਉੱਤੇ ਨੋਟ ਲਿਖੋ। ਮੁਗਲ ਜਿਹੜੇ ਬਾਦਸ਼ਾਹ ਸੀਗੇ ਅਕਬਰ, ਉਹਨੇ ਗੁਰੂ ਅਰਜਨ ਦੇਵ ਜੀ ਨਾਲ ਬੜੇ ਚੰਗੇ ਸੰਬੰਧ ਸੀ, ਪਰੰਤੂ ਜਿਹੜੇ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਉਹਦਾ ਬੇਟਾ ਸੀ ਜਹਾਂਗੀਰ ਸੀ, ਉਹ ਸਹਿਣਸ਼ੀਲਤਾ ਦੀ ਨੀਤੀ ਨੂੰ ਛੱਡ ਚੁੱਕਿਆ ਸੀ। ਉਹ ਇਹ ਮੌਕਾ ਭਾਲਣ ਲੱਗਿਆ ਵੀ ਜਿਹੜਾ ਸਿੱਖ ਧਰਮ ਆ ਉਹਨੂੰ ਕਿਸ ਤਰੀਕੇ ਨਾਲ ਕਰਾਰੀ ਚੋਟ ਮਾਰੀ ਜਾਵੇ। ਤਾਂ ਜਿਹੜਾ ਜਹਾਂਗੀਰ ਸੀ ਉਹਦਾ ਪੁੱਤਰ ਖੁਸਰੋ ਜਿਹੜਾ ਕਿ ਉਹਨੇ ਬਗਾਵਤ ਕਰਤੀ ਸੀ ਜਹਾਂਗੀਰ ਦੇ ਖਿਲਾਫ, ਤਾਂ ਉਹਨੂੰ ਪਨਾਹ ਦੇਣ ਦੇ ਲਈ, ਕਿਉਂਕਿ ਗੁਰੂ ਜੀ ਦੇ ਕੋਲ ਆਇਆ ਸੀ, ਤਾਂ ਗੁਰੂ ਜੀ ਨੇ ਉਹਨਾਂ ਨੂੰ ਪਨਾਹ ਦਿੱਤੀ ਅਤੇ ਉਹਨੂੰ ਆਸ਼ੀਰਵਾਦ ਦੇ ਕੇ ਆਪਣੇ ਕੋਲ ਰੱਖ ਲਿਆ। ਉਹ ਜਹਾਂਗੀਰ ਨੇ ਇਹ ਦੋਸ਼ ਲਗਾ ਕੇ ਗੁਰੂ ਅਰਜਨ ਦੇਵ ਜੀ ਦੇ ਉੱਤੇ 2 ਲੱਖ ਰੁਪਏ ਦਾ ਜੁਰਮਾਨਾ ਕਰ ਦਿੱਤਾ ਵੀ ਉਹਨਾਂ ਨੇ ਕੀ ਆ ਵੀ ਉਹਨਾਂ ਦੇ ਵੈਰੀ ਨੂੰ ਕੀ ਆ ਆਪਣੇ ਵਿੱਚ ਜਗ੍ਹਾ ਦਿੱਤੀ ਆ। ਪਰ ਜਿਹੜੇ ਗੁਰੂ ਜੀ ਸੀਗੇ ਉਹਨਾਂ ਨੇ ਇਹ ਜਿਹੜਾ ਜੁਰਮਾਨਾ ਉਹ ਦੇਣ ਤੋਂ ਇਨਕਾਰ ਕਰ ਦਿੱਤਾ, ਅਤੇ ਇਸ ਲਈ ਉਹਨਾਂ ਨੂੰ ਕੀ ਕੀਤਾ ਗਿਆ, ਕੈਦ ਕਰ ਲਿਆ ਗਿਆ ਸੀਗਾ, ਅਤੇ ਬਾਅਦ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ। ਅਤੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਜਿਹੜੇ ਸਿੱਖ ਸੀਗੇ ਉਹ ਭੜਕ ਗਏ ਸੀਗੇ, ਅਤੇ ਉਹ ਸਮਝ ਗਏ ਸੀ ਹੁਣ ਧਰਮ ਦੀ ਰੱਖਿਆ ਦੇ ਲਈ ਉਹਨਾਂ ਨੂੰ ਹਥਿਆਰ ਉਠਾਉਣੇ ਪੈਣਗੇ, ਅਤੇ ਉਹਨਾਂ ਨੂੰ ਆਪਣੇ ਹੱਕਾਂ ਦੇ ਲਈ ਲੜਨਾ ਪਊਗਾ, ਤਾਂ ਹੀ ਉਹ ਕੀ ਆ ਇੱਕ ਸਹੀ ਚੇਤਨਾ ਪੈਦਾ ਕਰ ਸਕਣਗੇ ਅਤੇ ਲੋਕਾਂ ਨੂੰ ਸਹੀ ਰਸਤੇ ਵੀ ਪਾ ਸਕਣਗੇ। ਇਹ ਸੀਗੇ ਸਾਡੇ ਸ਼ਾਰਟ ਕੁਐਸਚਨ ਆਨਸਰ। ਹੁਣ ਜਿਹੜੇ ਨੇ ਸਾਡੇ ਲੌਂਗ ਕੁਐਸਚਨ ਆਨਸਰ ਸਟਾਰਟ ਹੋਣਗੇ, 125 ਅਤੇ 130 ਵਰਡਾਂ ਦੇ ਵਿੱਚ ਲਿਖਣੇ ਆ। ਦੇਖੋ ਜੀ, ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਲਈ ਪ੍ਰਕਾਸ਼ ਦੇ ਲਈ ਕੀ ਯੋਗਦਾਨ ਪਾਇਆ। ਗੁਰੂ ਅੰਗਦ ਦੇਵ ਜੀ ਨੂੰ ਸਭ ਨੂੰ ਪਤਾ ਹੋਵੇ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਦੂਜੇ ਜਿਹੜੇ ਗੁਰੂ ਸਾਹਿਬਾਨ ਹੋਏ ਨੇ ਉਹ ਗੁਰੂ ਅੰਗਦ ਦੇਵ ਜੀ ਹੋਏ, ਜਿਹੜੇ ਕਿ 1538 ਈਸਵੀ ਦੇ ਵਿੱਚ ਗੁਰਗੱਦੀ ਦੇ ਉੱਤੇ ਬੈਠ ਗਏ ਸੀ, ਅਤੇ ਉਹਨਾਂ ਨੇ ਸਿੱਖ ਧਰਮ ਦੇ ਵਰਦਾਨ ਦੀ ਤਰ੍ਹਾਂ ਹੋਇਆ, ਕਿਉਂਕਿ ਉਹਨਾਂ ਨੇ ਸਿੱਖ ਧਰਮ ਨੂੰ ਵਧਾਉਣ ਦੇ ਲਈ ਅਤੇ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਵਧਾਉਣ ਦੇ ਲਈ ਕਈ ਤਰ੍ਹਾਂ ਦਾ ਯੋਗਦਾਨ ਪਾਇਆ। ਜਿਵੇਂ ਗੁਰਮੁਖ ਲਿਪੀ ਦੇ ਵਿੱਚ ਸੁਧਾਰ, ਗੁਰੂ ਅੰਗਦ ਦੇਵ ਜੀ ਨੇ ਜਿਹੜੇ ਸੀਗੇ ਗੁਰਮੁਖ ਲਿਪੀ ਦੇ ਵਿੱਚ ਸੁਧਾਰ ਕੀਤਾ, ਅਤੇ ਉਹਨਾਂ ਨੇ ਗੁਰਮੁਖ ਦੇ ਪ੍ਰਚਾਰ ਦੇ ਲਈ ਗੁਰਮੁਖ ਬਾਣੀ ਦੇ ਲਈ ਬਾਲ ਬੋਧ ਦੀ ਰਚਨਾ ਵੀ ਕੀਤੀ ਸੀ। ਆਮ ਲੋਕ ਜਿਹੜੇ ਸੀਗੇ ਉਹ ਭਾਸ਼ਾ ਦੇ ਨਾਲ ਗਿਆਨ ਹੋਣ ਦੇ ਬਾਵਜੂਦ ਵੀ ਉਹ ਸਿੱਖ ਧਰਮ ਦੇ ਪ੍ਰਚਾਰ ਦੇ ਕੰਮ ਕਰਨ ਦੇ ਲਈ ਉਤਸ਼ਾਹ ਮਿਲ ਗਿਆ ਸੀ। ਅੱਜ ਕੱਲ੍ਹ ਜਿਹੜੇ ਸਿੱਖ ਸੀਗੇ ਉਹ ਸਾਰੇ ਕੀ ਸੀ, ਧਾਰਮਿਕ ਗ੍ਰੰਥਾਂ ਦੇ ਵਿੱਚ ਇਸੇ ਭਾਸ਼ਾ ਨੂੰ ਹੀ ਪੜ੍ਹਦੇ ਨੇ। ਅੱਗੇ ਹੈ ਗੁਰੂ ਨਾਨਕ ਦੇਵ ਜੀ ਦੀ ਸਾਖੀ। ਸ਼੍ਰੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਸਾਰੀਆਂ ਜਿਹੜੀਆਂ ਬਾਣੀਆਂ ਸੀ ਉਹਨੂੰ ਇਕੱਠਾ ਕਰਕੇ ਭਾਈ ਬਾਲਾ ਜੀ ਦੇ ਕੋਲ ਗੁਰੂ ਜੀ ਦੀ ਸਾਖੀ ਦੇ ਜੀਵਨ ਦਾ ਚਰਿੱਤਰ ਲਿਖਵਾਇਆ, ਅਤੇ ਇਸੇ ਤਰੀਕੇ ਨਾਲ ਜਿਹੜੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਅਸੀਂ ਪਾਲਣਾ ਕਿਸ ਤਰੀਕੇ ਨਾਲ ਕਰਨਾ, ਅਤੇ ਗੁਰੂ ਨਾਨਕ ਦੇਵ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਕਿਵੇਂ ਫੋਲੋ ਕੀਤਾ ਜਾਵੇ, ਅਤੇ ਉਹਨੂੰ ਕਿਸ ਤਰੀਕੇ ਨਾਲ ਚਲਾਇਆ ਜਾਵੇ ਅਤੇ ਇੰਪਲੀਮੈਂਟ ਕੀਤਾ ਜਾਵੇ, ਉਹਦੀ ਸਾਰੀ ਡਿਸਕਸ਼ਨ ਜਿਹੜੀ ਸੀ ਉਹ ਕਰਦੇ ਹੁੰਦੇ ਸੀਗੇ। ਅੱਗੇ ਹੈ ਲੰਗਰ ਪ੍ਰਥਾ ਵੀ। ਸ਼੍ਰੀ ਗੁਰੂ ਅੰਗਦ ਦੇਵ ਜੀ ਜਿਹੜੇ ਸੀਗੇ ਉਹ ਲੰਗਰ ਪ੍ਰਥਾ ਦੇ ਵਿੱਚ ਉਹਨਾਂ ਨੇ ਜਾਰੀ ਰੱਖਿਆ, ਅਤੇ ਉਹਨਾਂ ਨੇ ਇਹ ਹੁਕਮ ਦਿੱਤਾ ਵੀ ਕੋਈ ਵੀ ਬੰਦਾ ਜਿਹੜਾ ਮੇਰੇ ਦਰਸ਼ਨ ਕਰਨ ਲਈ ਆਇਆ ਜਾਂ ਕਿਸੇ ਦੇ ਵੀ ਆਇਆ ਤਾਂ ਉਹਨਾਂ ਨੂੰ ਕੀ ਆ ਲੰਗਰ ਛਕ ਕੇ ਫਿਰ ਆਉਣਾ ਪਊਗਾ। ਬਿਨਾਂ ਕਿਸੇ ਵੀ ਭੇਦਭਾਵ ਤੋਂ ਬੰਦੇ ਭੋਜਨ ਛਕ ਸਕਦੇ ਸੀ, ਕੋਈ ਜਾਤ ਪਾਤ ਦਾ ਕੋਈ ਧੱਕਾ ਨਹੀਂ ਸੀ, ਸਾਰੇ ਧਰਮ ਦੀ। ਇਸ ਨਾਲ ਜਿਹੜਾ ਸਿੱਖ ਧਰਮ ਸੀ ਉਹਨੂੰ ਪ੍ਰਚਾਰ ਕਰਨ ਦੇ ਵਿੱਚ ਹੋਰ ਵੀ ਜ਼ਿਆਦਾ ਇੰਪੋਰਟੈਂਸ ਮਿਲੀ। ਉਦਾਸੀ ਸੰਪਰਦਾਇ ਦਾ ਖੰਡਨ ਵੀ ਜਿਹੜੇ ਗੁਰੂ ਨਾਨਕ ਦੇਵ ਜੀ ਸੀਗੇ ਵੱਡੇ ਪੁੱਤਰ ਸ਼੍ਰੀ ਚੰਦ ਜਿਹੜੇ ਸੀਗੇ ਉਹ ਉਦਾਸੀ ਸੰਪਰਦਾਇ ਨੂੰ ਸਥਾਪਨਾ ਕਰ ਲਈ, ਅਤੇ ਉਹ ਸੰਨਿਆਸੀ ਜੀਵਨ ਦਾ ਪ੍ਰਚਾਰ ਕਰਨ ਲੱਗੇ। ਪਰ ਇਹ ਗੱਲ ਜਿਹੜੀਆਂ ਸਿੱਖਿਆ ਇਹ ਗੁਰੂ ਜੀ ਦੀਆਂ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਸੀਗੀਆਂ ਉਹਦੇ ਉਲਟ ਸੀ, ਤਾਂ ਕਰਕੇ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਦੀ ਉਦਾਸੀ ਜਿਹੜਾ ਇੱਕ ਨਵੀਂ ਸੰਸਥਾ ਬਣਾਈ ਸੀ ਉਹਦੇ ਨਾਲ ਰਿਸ਼ਤਾ ਤੋੜ ਲਿਆ, ਕਿਉਂਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਉੱਤੇ ਨਹੀਂ ਚੱਲ ਰਹੇ ਸੀ। ਅੱਗੇ ਹੈ 5ਵਾਂ ਗੋਬਿੰਦਵਾਲ ਦਾ ਨਿਰਮਾਣ ਵੀ। ਗੁਰੂ ਅੰਗਦ ਦੇਵ ਜੀ ਨੇ ਗੋਬਿੰਦਵਾਲ ਦਾ ਸਥਾਪਨਾ ਵੀ ਕੀਤੀ। ਗੁਰੂ ਅਮਰਦਾਸ ਜੀ ਨੇ ਉੱਥੇ ਨਗਰ ਦੇ ਵਿੱਚ ਸਿੱਖਾਂ ਲਈ ਇੱਕ ਪ੍ਰਸਿੱਧ ਧਾਰਮਿਕ ਕੇਂਦਰ ਵੀ ਬਣਵਾਇਆ, ਜਿਸ ਨੂੰ ਅੱਜ ਕੱਲ੍ਹ ਪਵਿੱਤਰ ਸਥਾਨਾਂ ਦੇ ਵਿੱਚ ਨਾਮ ਗਿਣਿਆ ਜਾਂਦਾ ਵਾ, ਅਤੇ ਸਿੱਖ ਅੱਜ ਵੀ ਉੱਥੇ ਜਾ ਕੇ ਨਤਮਸਤਕ ਹੁੰਦੇ ਆ, ਅਤੇ ਉੱਥੇ ਜਾ ਕੇ ਰੱਬ ਦੀ ਭਗਤੀ ਦੇ ਵਿੱਚ ਉਹ ਇੱਕ ਤਰ੍ਹਾਂ ਦੇ ਨਾਲ ਲੀਨ ਰਹਿੰਦੇ ਆ। ਅੱਗੇ ਹੈ ਅਨੁਸ਼ਾਸਨ ਨੂੰ ਉਤਸ਼ਾਹ। ਗੁਰੂ ਜੀ ਜਿਹੜੇ ਸੀਗੇ ਉਹ ਅਨੁਸ਼ਾਸਨ ਪਸੰਦ ਆਦਮੀ ਸੀਗੇ, ਅਤੇ ਉਹ ਹਮੇਸ਼ਾ ਸੱਤਾ ਅਤੇ ਬਲਡੰਡੀ ਨਾਮੀ ਦੇ ਪ੍ਰਸਿੱਧ ਰਬਾਬੀਆਂ ਦਾ ਨੂੰ ਅਨੁਸ਼ਾਸਨ ਭੰਗ ਕਰਨ ਦੇ ਕਾਰਨ ਦਰਬਾਰ ਦੇ ਵਿੱਚੋਂ ਵੀ ਕੱਢਤਾ ਸੀ, ਅਤੇ ਕਈ ਸਿੱਖਾਂ ਨੇ ਉਹਨਾਂ ਤੋਂ ਮਾਫ਼ੀ ਦੇਣ ਦੇ ਲਈ ਵੀ ਕੋਲ ਨੂੰ ਬੇਨਤੀ ਕੀਤੀ, ਪਰ ਉਹ ਨਾ ਮੰਨੇ। ਬਾਅਦ ਵਿੱਚ ਜਿਹੜੇ ਸੀਗੇ ਭਾਈ ਲੱਦਾ ਜੀ ਦੀ ਬੇਨਤੀ 'ਤੇ ਉਹਨਾਂ ਨੂੰ ਮਾਫ਼ੀ ਵੀ ਕਰ ਦਿੱਤਾ ਗਿਆ ਸੀ, ਅਤੇ ਗੁਰੂ ਜੀ ਨੇ ਜਿਹੜਾ ਵਾ ਉਹਨਾਂ ਨੂੰ ਮਾफ़ ਕਰਕੇ ਉਹਨਾਂ ਨੂੰ ਦੁਬਾਰਾ ਆਪਣੇ ਦਰਬਾਰ ਦੇ ਵਿੱਚ ਐਂਟਰ ਕਰਵਾ ਲਿਆ ਸੀ। ਅੱਗੇ ਹੈ ਗੁਰੂ ਅਮਰਦਾਸ ਜੀ ਦੇ ਸਿੱਖ ਧਰਮ ਦੇ ਵਿਕਾਸ ਲਈ ਕੀ ਕਾਰਜ ਕੀਤੇ। ਸਭ ਨੂੰ ਪਤਾ ਵਾ ਵੀ ਗੁਰੂ ਅਮਰਦਾਸ ਜੀ ਜਿਹੜੇ ਸੀਗੇ ਉਹ ਤੀਜੇ ਗੁਰੂ ਸਾਹਿਬਾਨ ਸੀਗੇ ਸਿੱਖਾਂ ਦੇ, ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ
ਧਰਮ ਦੇ ਬੀਜਿਆ ਬੀਜ ਸੀਗਾ ਅਤੇ ਗੁਰੂ ਅੰਗਦ ਦੇਵ ਜੀ ਦੇ ਸਮੇਂ ਜਿਹੜਾ ਉਹ ਉੱਗ ਪਿਆ ਸੀਗਾ। ਅਤੇ ਅਮਰਦਾਸ ਜੀ ਜਿਹੜੇ ਸੀਗੇ ਉਹਨਾਂ ਨੇ ਕੀ ਕੀਤਾ ਵੀ ਕਈ ਕੰਮ ਜਿਹੜੇ ਬਣਾਏ ਅਤੇ ਉਹਨਾਂ ਨੂੰ ਇੱਕ ਜਿਹੜਾ ਨਵਾਂ ਪੌਦਾ ਦੀ ਤਰੀਕੇ ਨਾਲ ਰੱਖਿਆ ਅਤੇ ਉਹਨੂੰ ਪਾਲਦੇ ਰਹੇ। ਅਤੇ ਇਸ ਤਰੀਕੇ ਦਾ ਉਹਨਾਂ ਦੇ ਕਾਰਜ ਜਿਹੜੇ ਨੇ ਉਹ ਹੇਠ ਲਿਖੇ ਵਰਣਨ ਕੀਤੇ ਗਏ ਨੇ। ਜਿਵੇਂ ਗੋਬਿੰਦਵਾਲ ਦੀ ਬਾਉਲੀ ਦਾ ਨਿਰਮਾਣ ਗੁਰੂ ਅਮਰਦਾਸ ਜੀ ਸਭ ਤੋਂ ਪਹਿਲਾਂ ਗੋਬਿੰਦਵਾਲ ਸਾਹਿਬ ਦੀ ਜਿਹੜੀ ਸਥਾਪਨਾ ਸੀ ਉਹਦੀ ਬਾਉਲੀ ਜਿਹੜਾ ਸੀਗਾ ਉਹਦਾ ਨਿਰਮਾਣ ਕਾਰਜ ਫਿਰ ਸ਼ੁਰੂ ਕੀਤਾ ਅਤੇ ਉਹਦਾ ਨੀਂਹ ਪੱਥਰ ਜਿਹੜਾ ਕਿ ਗੁਰੂ ਅੰਗਦ ਦੇਵ ਜੀ ਦੇ ਸਮੇਂ ਰੱਖਿਆ ਗਿਆ ਸੀਗਾ। ਅਤੇ ਗੁਰੂ ਅਮਰਦਾਸ ਜੀ ਨੇ ਇਸ ਬਾਉਲੀ ਦੇ ਤਹਿ ਤੱਕ ਪਹੁੰਚਣ ਦੇ ਲਈ 84 ਪੌੜੀਆਂ ਬਣਵਾਈਆਂ ਅਤੇ ਗੁਰੂ ਜੀ ਦੇ ਅਨੁਸਾਰ ਹਰੇਕ ਪੌੜੀ ਦੇ ਉੱਤੇ ਜਪਜੀ ਸਾਹਿਬ ਦਾ ਪਾਠ ਦੇ ਨਾਲ ਨਾਲ ਵੀ ਜਿਹੜਾ ਸੀ ਜਨਮ ਮਰਨ ਦੇ ਵਿੱਚ ਦੀਆਂ 84 ਪੌੜੀਆਂ ਦਾ ਜੂਨਾਂ ਦੇ ਵਿੱਚ ਚੱਕਰ ਵੀ ਮੁਕਤੀ ਮਿਲੇਗੀ। ਅਤੇ ਗੋਬਿੰਦਵਾਲ ਸਾਹਿਬ ਦੇ ਵਿੱਚ ਬਾਉਲੀ ਜਿਹੜਾ ਸੀ ਉਹ ਸਿੱਖ ਧਰਮ ਦੇ ਲਈ ਇੱਕ ਪ੍ਰਸਿੱਧ ਤੀਰਥ ਸਥਾਨ ਬਣ ਗਿਆ ਸੀਗਾ। ਉਸ ਤੋਂ ਬਾਅਦ ਜਿਹੜੀ ਲੰਗਰ ਪ੍ਰਥਾ ਵਾ ਗੁਰੂ ਅਮਰਦਾਸ ਜੀ ਜਿਹੜੇ ਸੀਗੇ ਉਹਨਾਂ ਨੇ ਲੰਗਰ ਪ੍ਰਥਾ ਦਾ ਵਿਸਥਾਰ ਕਰਕੇ ਵੀ ਜਿਹੜਾ ਸਿੱਖ ਧਰਮ ਸੀਗਾ ਉਹਦਾ ਵਿਕਾਸ ਦੇ ਵਿੱਚ ਇੱਕ ਹੋਰ ਮਹੱਤਵਪੂਰਨ ਸਥਾਨ ਦਿੱਤਾ। ਅਤੇ ਉਹਨਾਂ ਨੇ ਲੰਗਰ ਦੇ ਨਵੇਂ ਨਿਯਮ ਬਣਾਏ ਅਤੇ ਉਹਨਾਂ ਨੂੰ ਕਿਹਾ ਵੀ ਜੇਕਰ ਕਿਸੇ ਵੀ ਪਰਸਨ ਨੇ ਗੁਰੂ ਜੀ ਨੂੰ ਮਿਲਣਾ ਵਾ ਤਾਂ ਉਹਨਾਂ ਨੂੰ ਮਿਲਣ ਦੇ ਲਈ ਉਹਨਾਂ ਨੂੰ ਕੀ ਕਰਨਾ ਪੈਣਾ, ਲੰਗਰ ਪ੍ਰਥਾ ਦੇ ਵਿੱਚ ਜਾ ਕੇ ਪਹਿਲਾਂ ਲੰਗਰ ਛਕਣਾ ਪਊਗਾ। ਕਿਉਂਕਿ ਜਿਹੜਾ ਲੰਗਰ ਪ੍ਰਥਾ ਸੀਗੀ ਉਹ ਕੀ ਸੀ, ਕਿਸੇ ਵੀ ਧਰਮ ਜਾਂ ਜਾਤ ਨੂੰ ਨਹੀਂ ਬਿਲੋਂਗ ਕਰਦੀ, ਕੋਈ ਧਰਮ ਨਹੀਂ ਦੇਖਦੀ ਸੀ। ਇਸ ਦੇ ਨਾਲ ਕੀ ਸੀ, ਇੱਕ ਤਰ੍ਹਾਂ ਦਾ ਏਕਤਾ ਦੇ ਵਿੱਚ ਸਾਰੇ ਬੰਦੇ ਪਰੋਏ ਜਾਂਦੇ ਸੀ, ਤਾਂ ਕਰਕੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੰਨੀ ਜਾਂਦੀ ਸੀ ਲੰਗਰ ਪ੍ਰਥਾ। ਫਿਰ ਗੁਰੂ ਸਾਹਿਬਾਨ ਦੇ ਸ਼ਬਦਾਂ ਨੂੰ ਇਕੱਠਾ ਕਰਨਾ ਵੀ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਅਤੇ ਸਲੋਕਾਂ ਨੂੰ ਗੁਰੂ ਅੰਗਦ ਦੇਵ ਜੀ ਨੇ ਇਕੱਠੇ ਕਰਨ ਦੇ ਨਾਲ ਉਹਨਾਂ ਦੇ ਰਚੇ ਹੋਏ ਸ਼ਬਦਾਂ ਨੂੰ ਜੋੜ ਦਿੱਤਾ ਸੀਗਾ। ਅਤੇ ਇਹਦੀ ਸਾਰੀ ਸਮੱਗਰੀ ਜਿਹੜੀ ਗੁਰੂ ਅੰਗਦ ਦੇਵ ਜੀ ਸੀਗੇ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਸੀ। ਅਤੇ ਗੁਰੂ ਅਮਰਦਾਸ ਜੀ ਨੇ ਇੱਕ ਨਵੇਂ ਸ਼ਬਦ ਦੀ ਰਚਨਾ ਕਰਕੇ ਪਹਿਲਾਂ ਵਾਲਿਆਂ ਦਾ ਸੰਕਲਨ ਨੂੰ ਮਿਲਾ ਲਿਆ ਸੀਗਾ ਅਤੇ ਉਹਨਾਂ ਨਾਲ ਸ਼ਲੋਕਾਂ ਦੇ ਉਦੇਸ਼ਾਂ ਨੂੰ ਇੱਕ ਜਗ੍ਹਾ ਇਕੱਠਾ ਕਰ ਲਿਆ ਅਤੇ ਉਹਦੀ ਇੱਕ ਨਵੀਂ ਸਮੱਗਰੀ ਤਿਆਰ ਕੀਤੀ। ਅਤੇ ਆਦਿ ਗ੍ਰੰਥ ਦਾ ਜਿਹੜਾ ਸੰਕਲਨ ਸੀਗਾ ਉਹਦਾ ਆਧਾਰ ਬਣਿਆ, ਕਿਉਂਕਿ ਇਹਦੇ ਨਾਲ ਹੀ ਜਿਹੜਾ ਆਦਿ ਗ੍ਰੰਥ ਸੀਗਾ ਉਹਨਾਂ ਦੇ ਵਿੱਚ ਪਹਿਲੇ ਤਿੰਨੀ ਜਿਹੜੇ ਗੁਰੂ ਸਾਹਿਬਾਨ ਸੀਗੇ ਉਹਨਾਂ ਦੀਆਂ ਜਿਹੜੀਆਂ ਬਾਣੀ ਦੀਆਂ ਰਚਨਾਵਾਂ ਸੀਗੀਆਂ ਉਹਨੂੰ ਇਨਕਲੂਡ ਕੀਤਾ ਗਿਆ। ਫਿਰ ਅੱਗੇ ਆਇਆ ਮੰਜੀ ਪ੍ਰਥਾ ਵੀ। ਇਸ ਬਿਰਧ ਅਵਸਥਾ ਦੇ ਕਾਰਨ ਗੁਰੂ ਅਮਰਦਾਸ ਜੀ ਜਿਹੜੇ ਸੀਗੇ ਉਹ ਕੀ ਸੀਗੇ, ਇੱਕ ਸਥਾਨ ਤੋਂ ਦੂਜੀ ਸਥਾਨ ਤੱਕ ਜਾਣਾ ਉਹਨਾਂ ਲਈ ਔਖਾ ਸੀਗਾ ਅਤੇ ਉਹ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਨਹੀਂ ਕਰ ਪਾਉਂਦੇ ਸੀ। ਇਸ ਕਰਕੇ ਉਹ ਪੂਰਾ ਜਿਹੜਾ ਅਧਿਆਤਮਿਕ ਸਮਰਾਜ ਸੀਗਾ ਉਹਨੂੰ 22 ਪ੍ਰਾਂਤਾਂ ਦੇ ਵਿੱਚ ਵੰਡ ਲਿਆ ਸੀ ਅਤੇ ਹਰੇਕ ਪ੍ਰਾਂਤ ਨੂੰ ਇੱਕ ਮੰਜੀ ਦਿੱਤੀ ਗਈ ਅਤੇ ਹਰ ਇੱਕ ਮੰਜੀ ਦੇ ਵਿੱਚ ਸਿੱਖ ਧਰਮ ਦੇ ਪ੍ਰਚਾਰ ਦਾ ਇੱਕ ਕੇਂਦਰ ਸੀ। ਅੱਗੇ ਹੈ ਆਨੰਦ ਸਾਹਿਬ ਦੀ ਰਚਨਾ। ਅਤੇ ਗੁਰੂ ਅਮਰਦਾਸ ਜੀ ਨੇ ਇੱਕ ਨਵੇਂ ਰਾਗ ਦੀ ਰਚਨਾ ਕੀਤੀ ਜਿਹਨੂੰ ਆਨੰਦ ਸਾਹਿਬ ਕਿਹਾ ਜਾਂਦਾ ਸੀਗਾ। ਇਸ ਵਿੱਚ ਵੀ ਕੋਈ ਦੋ ਰਾਏ ਨਹੀਂ ਹੈਗੀ ਵੀ ਜਿਹੜੇ ਗੁਰੂ ਅਮਰਦਾਸ ਜੀ ਸੀ ਉਹ ਸਿੱਖ ਕਾਲ ਦੇ ਇਤਿਹਾਸ ਦੇ ਵਿੱਚ ਇੱਕ ਸੁਨਹਿਰਾ ਯੁੱਗ ਚੱਲ ਰਿਹਾ ਸੀ, ਜਿਹਦੇ ਵਿੱਚ ਉਹਨਾਂ ਨੇ ਬਾਉਲੀ ਦਾ ਨਿਰਮਾਣ ਕਰਵਾਇਆ ਅਤੇ ਹੋਰ ਵੀ ਕਈ ਨਵੇਂ ਸੁਧਾਰ ਕੀਤੇ, ਜਿਹਦੇ ਨਾਲ ਕਿਸੇ ਸਿੱਖ ਧਰਮ ਨੂੰ ਹੋਰ ਵੀ ਜ਼ਿਆਦਾ ਪ੍ਰਚਾਰ ਕਰਨ ਦੇ ਵਿੱਚ ਹੈਲਪ ਮਿਲੀ। ਉਸ ਤੋਂ ਬਾਅਦ ਹੈ ਗੁਰੂ ਅਮਰਦਾਸ ਜੀ ਦੇ ਕੀਤੇ ਗਏ ਸੁਧਾਰਾਂ ਦਾ ਵਰਣਨ ਕਰੋ ਵੀ ਗੁਰੂ ਅਮਰਦਾਸ ਜੀ ਜਿਹੜੇ ਸੀ ਸਮੇਂ ਜਿਹੜੇ ਕਾਰਜ ਸੀਗੇ ਅਨੇਕਾਂ ਬੁਰਾਈਆਂ ਦਾ ਸ਼ਿਕਾਰ ਹੋ ਚੁੱਕੇ ਸੀਗੇ ਅਤੇ ਲੋਕ ਗੁਰੂ ਜੀ ਦੇ ਇੱਕ ਚੰਗੀ ਤਰ੍ਹਾਂ ਸਮਝਦੇ ਸੀ, ਤਾਂ ਇਸ ਕਰਕੇ ਉਹਨਾਂ ਨੇ ਸਮਾਜ ਨੂੰ ਸੁਧਾਰਨ ਦੇ ਲਈ ਕਈ ਤਰ੍ਹਾਂ ਦੇ ਕੰਮ ਕੀਤੇ। ਜਿਵੇਂ ਪਹਿਲਾ ਹੈ ਜਾਤ ਪਾਤ ਦਾ ਵਿਰੋਧ ਵੀ ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਕੰਮ ਕੀਤਾ ਵੀ ਉਹ ਜਾਤ ਪਾਤ ਦਾ ਵਿਰੋਧ ਕਰਦੇ ਸੀ। ਉਹ ਕਹਿੰਦੇ ਸੀ ਵੀ ਜਿਹੜਾ ਰੱਬ ਆ ਉਹ ਇੱਕ ਆ, ਤਾਂ ਸਾਡੇ ਜਾਤ ਵੀ ਕੀ ਹੈ, ਇੱਕੋ ਤਰ੍ਹਾਂ ਦੀ ਹੁੰਦੀ ਹੈ, ਤਾਂ ਸਾਨੂੰ ਪਰਮਾਤਮਾ ਦੇ ਨਾਲ ਜੁੜੇ ਰਹਿਣਾ ਚਾਹੀਦਾ, ਨਾ ਕਿ ਇਹਨਾਂ ਚੀਜ਼ਾਂ ਦੇ ਵਿੱਚ ਭੇਦਭਾਵ ਕਰਨਾ ਚਾਹੀਦਾ। ਅੱਗੇ ਹੈ ਛੂਤ ਛਾਤ ਦੀ ਨਿੰਦਿਆ ਵੀ ਗੁਰੂ ਅਮਰਦਾਸ ਜੀ ਨੇ ਜਿਹੜੇ ਛੂਤ ਛਾਤ ਦੀ ਸਮਾਪਤੀ ਕੀਤੀ ਸੀ ਅਤੇ ਮਹੱਤਵਪੂਰਨ ਕੰਮ ਕੀਤਾ ਅਤੇ ਉਹਨਾਂ ਨੇ ਲੰਗਰ ਦੇ ਵਿੱਚ ਜਾਤ ਪਾਤ ਅਤੇ ਕੋਈ ਹੋਰ ਭੇਦਭਾਵ ਨਹੀਂ ਹੁੰਦਾ ਅਤੇ ਉਹ ਬੈਠ ਕੇ ਜਿਹੜਾ ਸੀ ਉਹ ਭੋਜਨ ਛਕ ਸਕਦੇ ਸੀ ਅਤੇ ਕਿਸੇ ਬੰਦੇ ਨੂੰ ਕੋਈ ਵੀ ਤਰ੍ਹਾਂ ਦੀ ਜਿਹੜੀ ਆ ਠੇਸ ਨਹੀਂ ਪਹੁੰਚਾਈ ਜਾਊਗੀ। ਅੱਗੇ ਸੀ ਵਿਧਵਾ ਦਾ ਵਿਆਹ। ਫਿਰ ਗੁਰੂ ਅਮਰਦਾਸ ਜੀ ਦੇ ਸਮੇਂ ਜਿਹੜੇ ਵਿਧਵਾ ਨੂੰ ਜਿਹੜਾ ਵਿਆਹ ਕਰਨਾ ਸੀ ਉਹ ਮਨਾਹੀ ਸੀਗੇ। ਇਸਤਰੀਆਂ ਦੇ ਪਤੀਆਂ ਦੀ ਮੌਤ ਤੋਂ ਬਾਅਦ ਅਤੇ ਉਹਨਾਂ ਨੂੰ ਸਾਰਾ ਜੀਵਨ ਕੀ ਸੀਗਾ ਇਕੱਲੇ ਹੀ ਬਿਤਾਉਣਾ ਪੈਂਦਾ ਸੀ, ਜਾਂ ਉਹਨਾਂ ਨੂੰ ਕੀ ਸੀਗਾ ਸਤੀ ਪ੍ਰਥਾ ਦਾ ਇੱਕ ਰਿਵਾਜ਼ ਚੱਲਿਆ ਹੋਇਆ ਸੀ, ਉਹਨੂੰ ਖ਼ਤਮ ਕੀਤਾ ਗੁਰੂ ਜੀ ਨੇ। ਅਤੇ ਉਹਨਾਂ ਨੇ ਕੀ ਆ ਇਸਤਰੀਆਂ ਨੂੰ ਸਮਾਜ ਦੇ ਵਿੱਚ ਇੱਕ ਯੋਗ ਸਥਾਨ ਦਿਵਾਉਣ ਦੇ ਵਿੱਚ ਵੀ ਕਈ ਤਰ੍ਹਾਂ ਦੇ ਯਤਨ ਕੀਤੇ। ਫਿਰ ਅੱਗੇ ਆਇਆ ਸਤੀ ਪ੍ਰਥਾ। ਇਹ ਜਿਹੜਾ ਸੀਗਾ ਹਿੰਦੂ ਸਮਾਜ ਦੇ ਵਿੱਚ ਸਭ ਤੋਂ ਵੱਡੀ ਬੁਰਾਈ ਇਹ ਮੰਨੀ ਜਾਂਦੀ ਸੀ ਵੀ ਜੇਕਰ ਕਿਸੇ ਵੀ ਔਰਤ ਦਾ ਪਤੀ ਮਰ ਜਾਵੇ ਤਾਂ ਉਹਨੂੰ ਉਹਦੇ ਪਤੀ ਦੇ ਨਾਲ ਹੀ ਸਾੜ ਦਿੱਤਾ ਜਾਂਦਾ ਸੀ। ਤਾਂ ਗੁਰੂ ਜੀ ਨੇ ਇਸ ਚੀਜ਼ ਦਾ ਖੰਡਨ ਕੀਤਾ ਅਤੇ ਉਹਨਾਂ ਨੇ ਕਿਹਾ ਵੀ ਜਿਹੜੀ ਇਸਤਰੀ ਆ ਉਹਨੂੰ ਸਤੀ ਕਰਨਾ ਨਹੀਂ ਚਾਹੀਦਾ ਹੈਗਾ, ਸਗੋਂ ਉਹਨੂੰ ਵੀ ਇੱਕ ਅਲੱਗ ਤੋਂ ਦੁੱਖ ਸਹਿਣ ਦੇ ਲਈ ਉਹਨੂੰ ਵੀ ਆਪਣੀ ਜ਼ਿੰਦਗੀ ਅੱਗੇ ਵਧਾਉਣ ਦੇ ਲਈ ਆਪਣੇ ਕੰਮ ਕਰਨੇ ਚਾਹੀਦੇ ਆ। ਤਾਂ ਉਹਨਾਂ ਨੇ ਇਸ ਚੀਜ਼ ਦਾ ਵੀ ਫੇਵਰ ਕੀਤਾ ਸੀ। ਅੱਗੇ ਹੈ ਪਰਦੇ ਦੀ ਰਸਮ ਦਾ ਵਿਰੋਧ ਵੀ ਗੁਰੂ ਜੀ ਜਿਹੜੇ ਸੀਗੇ ਉਹ ਇਸਤਰੀਆਂ ਦੇ ਵਿੱਚ ਇੱਕ ਨਵਾਂ ਰਿਵਾਜ਼ ਜਿਹੜਾ ਚੱਲ ਗਿਆ ਸੀ ਪਰਦੇ ਦਾ, ਵੀ ਕੁੜੀਆਂ ਨੂੰ ਬਾਹਰ ਨਹੀਂ ਨਿਕਲਣ ਦੇਣਾ ਅਤੇ ਉਹ ਕੀ ਨੇ ਇੱਕ ਪਰਦਾ ਲਾ ਕੇ ਹੀ ਦੂਸਰਿਆਂ ਨੂੰ ਮਿਲਣਗੇ, ਤਾਂ ਇਹ ਸਭ ਤੋਂ ਵੱਡੀ ਰੁਕਾਵਟ ਸੀਗੀ। ਤਾਂ ਗੁਰੂ ਜੀ ਨੇ ਇਸ ਚੀਜ਼ ਨੂੰ ਵੀ ਖ਼ਤਮ ਕੀਤਾ ਅਤੇ ਔਰਤਾਂ ਨੂੰ ਕੀ ਆ ਲੰਗਰ ਦੇ ਵਿੱਚ ਬਿਨਾਂ ਪਰਦੇ ਤੋਂ ਵੀ ਉਹ ਸੇਵਾ ਕਰ ਸਕਦੇ ਸੀ ਅਤੇ ਸੰਗਤ ਦੇ ਵਿੱਚ ਬੈਠਣ ਦਾ ਵੀ ਹੁਕਮ ਦੇ ਦਿੱਤਾ ਸੀ। ਨਸ਼ੀਲੀਆਂ ਵਸਤੂਆਂ ਦੀ ਨਿੰਦਿਆ ਗੁਰੂ ਅਮਰਦਾਸ ਜੀ ਨੇ ਫਿਰ
ਜਿਹੜਾ ਸਿੱਖ ਧਰਮ ਦੇ ਵਿੱਚ ਜਿਹੜਾ ਸੀ, ਜਾਂ ਤੁਸੀਂ ਕਹਿ ਦਿਓ ਪੰਜਾਬ ਦੇ ਵਿੱਚ ਉਸ ਸਮੇਂ ਨਸ਼ਾ ਜਿਹੜਾ ਸੀ ਉਹ ਆਪਣਾ ਪੈਰ ਪਸਾਰਦਾ ਜਾ ਰਿਹਾ ਸੀ, ਤਾਂ ਗੁਰੂ ਅਮਰਦਾਸ ਜੀ ਨੇ ਉਦੇਸ਼ ਦਿੱਤੇ ਵੀ ਸ਼ਰਾਬ ਪੀਣਾ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨਸ਼ੀਲੀਆਂ ਚੀਜ਼ਾਂ ਨੇ ਉਹਨਾਂ ਦਾ ਖੰਡਨ ਕੀਤਾ, ਅਤੇ ਉਹਨਾਂ ਨੂੰ ਲੋਕਾਂ ਨੂੰ ਕਿਹਾ ਵੀ ਉਹ ਸਮਾਜ ਨੂੰ ਸੁਧਾਰਨ, ਨਾ ਕਿ ਉਹ ਸਮਾਜ ਨੂੰ ਵਿਗਾੜਨ। ਤਾਂ ਇਸ ਤਰੀਕੇ ਨਾਲ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੀਆਂ ਗਈਆਂ ਸਿੱਖਿਆਵਾਂ ਦਾ ਵੀ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਬੁਰੇ ਕੰਮ ਕਰਨ ਤੋਂ ਵੀ ਰੋਕਿਆ। ਅੱਗੇ ਹੈ ਸਿੱਖਾਂ ਦੇ ਭਾਈਚਾਰੇ ਦੀ ਭਾਵਨਾ। ਵੀ ਗੁਰੂ ਜੀ ਨੇ ਹੁਕਮ ਦਿੱਤਾ ਵੀ ਮਾਘੀ, ਦੀਵਾਲੀ ਅਤੇ ਵਿਸਾਖੀ ਵਰਗੇ ਤਿਉਹਾਰਾਂ ਦੇ ਵਿੱਚ ਉਹ ਇਕੱਠੇ ਹੋਣ ਦੀ ਪਰੰਪਰਾ ਬਣਾਈ, ਤਾਂ ਜੋ ਕੀ ਆ ਸਿੱਖ ਜਿਹੜੇ ਨੇ ਉਹ ਇਕੱਠੇ ਹੋ ਸਕਣ ਅਤੇ ਉਹਨਾਂ ਦਾ ਭਾਈਚਾਰਾ ਜਿਹੜਾ ਵਾ ਹੋਰ ਵੀ ਜ਼ਿਆਦਾ ਵੱਧ ਸਕੇ। ਅੱਗੇ ਹੈ ਜਨਮ ਅਤੇ ਮੌਤ ਦੇ ਸੰਬੰਧੀ ਨਵੇਂ ਰਿਵਾਜ। ਵੀ ਗੁਰੂ ਅਮਰਦਾਸ ਜੀ ਨੇ ਮੌਤ, ਜਨਮ ਅਤੇ ਵਿਆਹ ਦੇ ਮੌਕੇ 'ਤੇ ਨਵੇਂ ਰੀਤੀ ਰਿਵਾਜ ਜਿਹੜੇ ਸੀ ਉਹ ਸੰਗਠਿਤ ਕੀਤੇ, ਅਤੇ ਉਹਨਾਂ ਨੇ ਹਿੰਦੂਆਂ ਦੇ ਰੀਤੀ ਰਿਵਾਜ ਤੋਂ ਬਿਲਕੁਲ ਅਲੱਗ ਸੀ, ਅਤੇ ਗੁਰੂ ਸਾਹਿਬਾਨ ਜੀ ਨੇ ਸਿੱਖ ਧਰਮ ਨੂੰ ਵੀ ਅਲੱਗ ਪਹਿਚਾਣ ਪ੍ਰਦਾਨ ਕੀਤੀ ਸੀ। ਤਾਂ ਇਹ ਸੀਗਾ ਸੈਸ਼ਨ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ। ਇਹਦੇ ਵਿੱਚ ਅਸੀਂ ਜਿਹੜੇ ਸ਼ਾਰਟ ਕੁਐਸਚਨ ਅਤੇ ਪਲੱਸ ਇਹਦੇ ਲੌਂਗ ਕੁਐਸਚਨ ਆਨਸਰ ਡਿਸਕਸ ਕੀਤੇ। ਥੋੜ੍ਹੇ ਜਿਹੇ ਲੌਂਗ ਕੁਐਸਚਨ ਹੋਰ ਰਹਿ ਰਹੇ ਨੇ, ਜਿਹੜਾ ਕਿ ਅਸੀਂ ਨੈਕਸਟ ਸੈਸ਼ਨ ਦੇ ਵਿੱਚ ਡਿਸਕਸ ਕਰਾਂਗੇ। ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਅਤੇ ਵੱਧ ਤੋਂ ਵੱਧ ਮੇਰੇ YouTube ਚੈਨਲ ਦੇ ਨਾਲ ਜੁੜੋ। ਅਤੇ ਜੇਕਰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਆ ਕਰੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।